हाँ जी प्यारे साथियों, सत श्री अकाल सारिਆਂ ਨੂੰ ਸਵਾਗਤ ਆ ਅੱਜ ਦੀ ਪੰਜਾਬੀ ਦੀ ਕਲਾਸ ਦੇ ਵਿੱਚ। ਅੱਜ ਦੀ ਜਿਹੜੀ ਪੰਜਾਬੀ ਦੀ ਕਲਾਸ ਆ ਉਹ ਬਹੁਤ ਜ਼ਿਆਦਾ ਇੰਪੋਰਟੈਂਟ ਆ ਕਿਉਂਕਿ ਤੁਸੀਂ ਥੰਬਨੇਲ ਤੇ ਪੜ੍ਹ ਕੇ ਆਏ ਵੀ ਆਪਾਂ ਪੜ੍ਹਨਾ ਹੈ ਨਾਂਵ। ਪਰ ਇਸ ਤਰੀਕੇ ਦਾ ਨਾਂਵ ਮੈਂ ਆਪਣੇ ਦਾਅਵੇ ਨਾਲ ਕਹਿੰਦੀ ਆ ਵੀ ਇਸ ਤਰ੍ਹਾਂ ਦਾ ਨਾਂਵ ਤੁਸੀਂ ਕਦੇ ਨਹੀਂ ਪੜ੍ਹਿਆ ਹੋਊਗਾ, ਕਦੇ ਵੀ ਨਹੀਂ ਪੜ੍ਹਿਆ ਹੋਊਗਾ ਅੱਜ ਤੱਕ। ਚਾਹੇ ਤੁਸੀਂ ਸਟੂਡੈਂਟ ਹੋ, ਚਾਹੇ ਤੁਸੀਂ ਟੀਚਰ ਹੋ, ਜਾਂ ਤੁਸੀਂ ਨਾ ਤਾਂ ਹੀ ਸਕੂਲ ਲੈਵਲ ਤੇ ਪੜ੍ਹਿਆ, ਨਾ ਹੀ ਕਾਲਜ ਲੈਵਲ ਤੇ ਨਾ ਹੀ ਤੁਸੀਂ ਹੁਣ ਪੜ੍ਹਿਆ ਜਦ ਕਿ ਤੁਸੀਂ ਟੀਚਰ ਵੀ ਬਣ ਗਏ, ਤਾਂ ਵੀ ਤੁਸੀਂ ਇੱਦਾਂ ਦਾ ਨਾਂਵ ਨਹੀਂ ਪੜ੍ਹਿਆ ਹੋਊਗਾ। ਇਹ ਚੀਜ਼ ਮੈਂ ਮੰਨਦੀ ਹਾਂ। ਕਲਾਸ ਬਹੁਤ ਜ਼ਿਆਦਾ ਇੰਪੋਰਟੈਂਟ ਆ, ਠੀਕ ਆ। ਦੇਖੋ, ਜਦੋਂ ਅਸੀਂ ਨਾਂਵ ਦੀ ਗੱਲ ਕਰਦੇ ਹਾਂ ਤਾਂ ਅਸੀਂ ਕਹਿ ਦਿੰਦੇ ਹਾਂ ਵੀ ਜਿੰਨਾ ਜਿੱਦਾਂ ਦਾ ਕੋਈ ਨਾਂ ਹੁੰਦਾ ਜੀ ਉਹ ਨਾਂਵ ਆ। ਫਿਰ ਅਸੀਂ 5 ਕਿਸਮਾਂ ਪੜ੍ਹ ਕੇ ਚਲ ਜਾਂਦੇ ਹਾਂ, ਜਾਤੀਵਾਚਕ ਆ, ਇਕੱਠਵਾਚਕ ਆ, ਵਸਤੂਵਾਚਕ ਆ, ਭਾਵਵਾਚਕ ਆ, ਬਸ ਜੀ ਨਾਂਵ ਸਾਡਾ ਕੰਪਲੀਟ ਹੋ ਗਿਆ। ਪਰ ਇਹ ਤੁਹਾਡੀ ਮੂਰਖਤਾ ਵਾ। ਜਦੋਂ ਅਸੀਂ ਕੀ ਕਰ ਰਹੇ ਹਾਂ, ਅਸੀਂ ਕਿਸੇ ਕੰਪੀਟੀਟਿਵ ਐਗਜ਼ਾਮ ਦੀ ਖਾਸ ਕਰਕੇ PSTET ਲਈ ਪੰਜਾਬੀ ਪੜ੍ਹ ਰਹੇ ਹਾਂ ਤੇ ਇੱਕ ਆਮ ਜਿਹਾ ਨਾਂਵ ਪੜ੍ਹ ਕੇ ਚਲ ਜਾਣਾ ਬਹੁਤ ਵੱਡੀ ਤੁਹਾਡੀ ਮੂਰਖਤਾ। ਮੇਰੀ ਇਸ ਕਲਾਸ ਦੇ ਵਿੱਚ ਜੋ ਮੈਂ ਨਾਂਵ ਪੜ੍ਹਾਉਣ ਜਾ ਰਹੀ ਹਾਂ, ਇਹ ਨਾਂਵ ਤੁਸੀਂ ਪਹਿਲਾਂ ਨਹੀਂ ਪੜ੍ਹਿਆ ਹੋਊਗਾ, ਠੀਕ ਆ। ਸੋ ਆਪਾਂ ਸ਼ੁਰੂਆਤ ਕਰਦੇ ਹਾਂ। ਵੇਖੋ, ਸਾਨੂੰ ਆਪਣੇ ਨਾਂਵ ਦੇ ਵਿੱਚ, ਹਾਂ ਠੀਕ ਆ, ਸਾਨੂੰ 5 ਕਿਸਮਾਂ ਮਿਲਦੀਆਂ, ਠੀਕ ਆ। ਤੇ ਜਿਹੜੀਆਂ ਸਾਡੀਆਂ 2 ਫੇਮਸ ਕਿਸਮਾਂ ਵਾ, ਖਾਸ ਨਾਂਵ, ਆਮ ਨਾਂਵ, ਸਾਡੀਆਂ ਬਹੁਤ ਹੀ ਫੇਮਸ ਕਿਸਮਾਂ। ਪਰ ਅਸਲ ਦੇ ਵਿੱਚ ਇਹ 2 ਕਿਸਮਾਂ ਤੋਂ ਅੱਗੇ ਕਿਸਮਾਂ ਨਿਕਲ ਕੇ ਆਉਂਦੀਆਂ ਬਾਕੀ ਦੀਆਂ ਕਿਸਮਾਂ। ਦੇਖੋ, ਅਰਥਾਂ ਦੇ ਆਧਾਰ ਤੇ ਸਾਡੇ ਨਾਂਵ ਕਿੰਨੇ ਤਰ੍ਹਾਂ ਦੇ ਆ? 2 ਤਰ੍ਹਾਂ ਦੇ ਆ। ਹੁਣ ਤੁਸੀਂ ਬਹੁਤੇ ਤਾਂ ਹੈਰਾਨ ਹੋ ਗਏ ਹੋਣਗੇ ਵੀ ਇਹ ਕਿੱਦਾਂ ਦਾ ਨਾਂਵ ਆ। ਬਿਲਕੁਲ ਇਹ ਚੀਜ਼ ਜਿਹੜੀ ਆ ਸਾਡੀ ਕਰੰਟ ਆ ਪੰਜਾਬੀ ਭਾਸ਼ਾ ਵਿਗਿਆਨੀਆਂ ਵੱਲੋਂ ਇਹ ਚੀਜ਼ ਨੂੰ ਜਿਹੜਾ ਵਾ ਬਿਲਕੁਲ ਸਿੱਧ ਕੀਤਾ ਗਿਆ ਸਹੀ। ਵੇਖੋ, ਜਦੋਂ ਅਸੀਂ ਨਾਂਵ ਦੀਆਂ ਸ਼੍ਰੇਣੀਆਂ ਦੀ ਗੱਲ ਕਰਦੇ, ਇੱਥੇ ਕਿਸਮਾਂ ਦੀ ਗੱਲ ਨਹੀਂ ਹੋ ਰਹੀ, ਇੱਥੇ ਸ਼੍ਰੇਣੀਆਂ ਦੀ ਗੱਲ ਹੋ ਰਹੀ। ਅਰਥਾਂ ਦੇ ਆਧਾਰ ਤੇ ਨਾਂਵ ਦੀਆਂ 2 ਸ਼੍ਰੇਣੀਆਂ, ਕਿਹੜੀਆਂ-ਕਿਹੜੀਆਂ? ਸ਼੍ਰੇਣੀਆਂ ਕਹਿ ਲਓ ਜਾਂ ਕਿਸਮਾਂ ਕਹਿ ਲਓ, ਵੈਸੇ ਸ਼੍ਰੇਣੀਆਂ ਸ਼ਬਦ ਇਹਦੇ ਲਈ ਜ਼ਿਆਦਾ ਵਧੀਆ। ਇੱਕ ਸਾਡਾ ਖਾਸ ਨਾਂਵ ਜਿਹਨੂੰ ਅਸੀਂ ਨਿੱਜੀ ਕਹਿ ਦਿੰਦੇ ਆ, ਇੱਕ ਸਾਡਾ ਆਮ ਨਾਂਵ ਜਿਹਨੂੰ ਅਸੀਂ ਸਧਾਰਨ ਕਹਿ ਦਿੰਦੇ। ਜਿਹੜੀਆਂ ਨਾਂਵ ਦੀਆਂ ਤੁਸੀਂ ਜਾਤੀਵਾਚਕ, ਇਕੱਠਵਾਚਕ, ਵਸਤੂਵਾਚਕ, ਭਾਵਵਾਚਕ, ਇਹ 4 ਕਿਸਮਾਂ ਜਿਹੜੀਆਂ ਤੁਸੀਂ ਨਾਂਵ ਦੀਆਂ ਦੇਖਦੇ ਜੇ, ਉਹ ਖਾਸ ਨਾਂਵ ਦੀ ਕੈਟਾਗਰੀ ਦੇ ਵਿੱਚ ਨਹੀਂ, ਉਹ ਆਮ ਨਾਂਵ ਦੀ ਸਧਾਰਨ ਕੈਟਾਗਰੀ ਜਿਹੜੀ ਆ ਇਹਦੇ ਵਿੱਚ ਅੱਗੋਂ 4 ਕਿਸਮਾਂ ਸਾਡੀਆਂ ਨਾਂਵ ਦੀਆਂ ਆਉਂਦੀਆਂ। ਗੱਲ ਕਲੀਅਰ? ਜਦੋਂ ਤੁਹਾਨੂੰ ਪੁੱਛਿਆ ਜਾਵੇ ਵੀ ਨਾਂਵ ਦੀ ਜਾਤੀਵਾਚਕ, ਇਕੱਠਵਾਚਕ, ਵਸਤੂਵਾਚਕ, ਭਾਵਵਾਚਕ, ਇਹਨਾਂ 4 ਦੇ ਵਿੱਚੋਂ ਕੋਈ ਵੀ ਇੱਕ ਕਿਸਮ ਪੁੱਛ ਲੈਣ ਵੀ ਇਹ ਕਿਹੜੇ ਨਾਂਵ ਦੇ ਵਿੱਚ ਆਉਂਦੀ ਆ, ਆਮ ਦੇ ਵਿੱਚ ਆਉਂਦੀ ਕਿ ਖਾਸ ਦੇ ਵਿੱਚ ਆਉਂਦੀ ਆ, ਤੇ ਬਹੁਤੇ ਜਿਹੜੇ ਸਿਆਣੇ ਬਣਦੇ, ਜਿਹੜੇ ਆਂਦੇ ਮੈਨੂੰ ਨਾਂਵ ਆਉਂਦਾ, ਮੈਂ ਨਾਂਵ ਦੀਆਂ 5 ਕਿਸਮਾਂ ਵਾ, ਆਹ ਵਾਲੀਆਂ ਕਿਸਮਾਂ ਵਾ, ਤੇ ਜਦੋਂ ਏਦਾਂ ਦਾ ਕੁਐਸਚਨ ਆ ਗਿਆ, ਕੀ ਤੁਸੀਂ ਉੱਥੇ ਆਨਸਰ ਲਾ ਲਓਗੇ? ਕਦੇ ਨਹੀਂ ਲਾ ਪਾਓਗੇ। ਸੋ ਹੁਣ ਤੁਸੀਂ ਨਾ ਤਾਂ ਤੁਸੀਂ ਸਕੂਲ ਦੇ ਜਵਾਕ ਹੋ, ਤੁਸੀਂ ਬਣ ਜਾ ਰਹੇ ਹੋ ਟੀਚਰ, ਤੇ ਜਵਾਕਾਂ ਵਾਲੇ ਕੰਮ ਛੱਡ ਕੇ ਟੀਚਰਾਂ ਵਾਲੇ ਕੰਮ ਸ਼ੁਰੂ ਕਰ ਦਿਓ, ਠੀਕ ਹੈ। ਸੋ ਅਰਥਾਂ ਦੇ ਆਧਾਰ ਤੇ ਸਾਡੇ ਨਾਂਵ ਦੀਆਂ 2 ਮੁੱਖ ਸ਼੍ਰੇਣੀਆਂ ਆਉਂਦੀਆਂ, ਖਾਸ ਨਾਂਵ ਤੇ ਆਮ ਨਾਂਵ, ਜਾਂ ਨਿੱਜੀ ਜਾਂ ਸਧਾਰਨ। ਆਮ ਨਾਂਵ ਦੇ ਵਿੱਚ, ਸਧਾਰਨ ਨਾਂਵ ਦੇ ਵਿੱਚ ਸਾਡੀਆਂ ਆਉਂਦੀਆਂ ਜਾਤੀਵਾਚਕ, ਇਕੱਠਵਾਚਕ, ਵਸਤੂਵਾਚਕ, ਭਾਵਵਾਚਕ ਨਾਂਵ ਆ ਜਾਂਦੇ। ਇਹਨਾਂ ਦਾ ਤੁਹਾਨੂੰ ਪਤਾ ਹੀ ਹੈ ਨਾ, ਜਿੱਥੇ ਗਰੁੱਪ ਦੀ ਗੱਲ ਆ ਜੇ ਇਕੱਠਵਾਚਕ, ਜਿੱਥੇ ਮਿਲੀਆਂ ਤੁਲੀਆਂ ਜਾਣ ਵਾਲੀਆਂ ਚੀਜ਼ਾਂ ਦੀ ਗੱਲ ਆ ਜੇ, ਜਿੱਥੇ ਖੁਸ਼ੀ ਗਮੀ ਦੇ ਭਾਵ ਪ੍ਰਗਟ ਕਰਨ ਦੀ ਗੱਲ ਆ ਜੇ, ਉਹ ਭਾਵਵਾਚਕ। ਇਹ ਤੁਹਾਨੂੰ ਪਤਾ, ਇਹ ਤੁਸੀਂ ਅੱਜ ਤੱਕ ਪੜ੍ਹਦੇ ਆਏ। ਪਰ ਇੱਥੇ ਮੈਂ ਤੁਹਾਨੂੰ ਉਹ ਨਾਂਵ ਪੜ੍ਹਾਉਣਾ ਵਾ, ਤੁਹਾਨੂੰ ਵਾਕਈ ਪੜ੍ਹ ਕੇ ਲੱਗੂਗਾ ਵੀ ਹਾਂ ਹੈ ਆ ਕੁਛ ਇੱਥੇ। ਉਸ ਤੋਂ ਬਾਅਦ ਰੂਪ ਦੇ ਆਧਾਰ ਤੇ ਸਾਡੇ ਨਾਂਵ ਦੀਆਂ 2 ਕਿਸਮਾਂ ਆਉਂਦੀਆਂ। ਕਿਹੜੀਆਂ-ਕਿਹੜੀਆਂ? ਇੱਕ ਤਾਂ ਲਿੰਗ, ਇੱਕ ਪੁਲਿੰਗ, ਠੀਕ ਹੈ। ਅੱਗੇ ਇਹਨਾਂ ਨੂੰ ਆਪਾਂ ਡਿਟੇਲ ਚ ਕਰਨਾ, ਇੱਥੇ ਹੀ ਕਲਾਸ ਛੱਡ ਕੇ ਨਾ ਚੱਲ ਜਿਓ, ਡਿਟੇਲ ਚ ਕਰਨਾ। ਰੂਪ ਵੇਖੋ, ਪਹਿਲਾਂ ਤਾਂ ਇਹ ਸਮਝੋ ਅਰਥ ਦੇ ਆਧਾਰ ਤੇ ਸਾਡੇ ਨਾਂਵ ਦੀਆਂ 2 ਕਿਸਮਾਂ ਸੀ, ਖਾਸ ਤੇ ਆਮ। ਆਮ ਦੇ ਵਿੱਚ ਸਾਡੀ ਜਾਤੀਵਾਚਕ, ਸਾਡਾ ਇਕੱਠਵਾਚਕ, ਵਸਤੂਵਾਚਕ, ਭਾਵਵਾਚਕ ਨਾਂਵ ਆ ਜਾਂਦਾ ਵਾ। ਪਰ ਰੂਪ ਦੇ ਆਧਾਰ ਤੇ ਸਾਡੇ ਨਾਂਵ ਦੀਆਂ ਕਿੰਨੀਆਂ ਕਿਸਮਾਂ? 2, ਲਿੰਗ ਤੇ ਪੁਲਿੰਗ। ਕਿਉਂਕਿ ਆਪਾਂ ਕਹਿੰਦੇ ਨਾਂਵ ਕਿਸੇ ਚੀਜ਼ ਦਾ ਨਾਂ, ਹੁਣ ਉਹ ਚੀਜ਼ ਲਿੰਗ ਵੀ ਹੋ ਸਕਦੀ, ਪੁਲਿੰਗ ਵੀ ਹੋ ਸਕਦੀ ਹੈ ਕਿ ਨਹੀਂ? ਇਹ ਚੀਜ਼ ਕਮੈਂਟ ਕਰਕੇ ਦੱਸਿਓ।
ठीक है। उस तो बाद रूपांतरण के आधार ते साडे नाव दीयां किन्नियां किस्मां वा, रूपांतरण के आधार ते भी दो, किहड़ियां किहड़ियां, एक वचन ते बहुवचन। ठीक है। उस तो बाद साडी आ जांदी है नाव शब्दां दी विਉਂਤਪਤੀ। नाव शब्दां दी विਉਂਤਪਤੀ किन्ने आधारां ते कीती जांदी आ? आंसर आऊगा 3 आधारां ते। जेकर यह पूछा जाए किहड़े किहड़े आधार ते नाव तो नावां दा निर्माण किद्दां हुंदा, किरिया तो नावां दा निर्माण किद्दां हुंदा, विशेषण तो नावां दा निर्माण किद्दां हुंदा, एंड तक बने रहो। धुआं कढ के रख दूं मैं तुहाडा। आ जेहड़े कहंदे आ ना भी पंजाबी सौखी मेरी मात भाषा, पंजाबी चों ते मैं 28 29 लै ही जाने आ नंबर, ਇਹ ਤੁਹਾਡੀ मूर्खता। ठीक है। हुण आसान की आ चीज़ां याद रखण दे विच, अर्थां दे आधार ते नाव दीयां किस्मां पुछीਆਂ जाण, दो आउणगीਆਂ, आम ते खास। जेकर पूछा जाए आम नाव अगों किन्ने तरह दे विच आउंदा वा, जां जातिवाचक, अर्थवाचक, वस्तुवाचक, भाववाचक, ये 4 नाव दीयां किस्मां किहदे विच आउंदियां? आम नाव दे विच इनकलूड हुंदियां। गल क्लीयर। सो जदों आम नाव दीयां किस्मां पुछीਆਂ जाण ते आउणियां वा 4, ते जेकर अर्थां दे आधार ते नाव दीयां किस्मां पुछीਆਂ ने खास ते आम 2। हुण बहुते बच्चे एक दिमाग लाउणगे आपदा, ਉਹ ਕੀ सोचणगे भी आपां कहने आ भी नाव दीयां 5 किस्मां, अच्छा 4 ते आ हो गईयां, 5वीं आ हो गई, इस गल ते ऐदां ते फिर 6 किस्मां हो गईयां। ऐदां नहीं, समझण दी कोशिश करो। इत्थे गल 6 किस्मां दी नहीं आ, इत्थे गल ਇਹ ਆ कि जातिवाचक, अर्थवाचक, वस्तुवाचक, भाववाचक ये आम नाव की श्रेणी में आउंदे आ। गल ये श्रेणी की हो रही। ठीक है। रूप के आधार ते 2 लिंग पुलिंग, रूपांतरण के आधार ते 2 एक वचन बहुवचन, नाव शब्दां की विਉਂਤਪਤੀ 3 आधारां ते, नाव नावां तो किद्दां बनदे ने, नाव किरिया तो किद्दां बनदे ने, नाव विशेषण तो किद्दां बनदे ने। ठीक है। हुण आपां पहली किस्म करनी किहड़ी? आ वाली, रूप के आधार ते। ठीक है। आ वाली किस्म करनी आपां। सो जाने आपां पहली किस्म ते। अगले पॉइंट ते आ जाओ, है ना। रूप के आधार ते 2 किस्मां की गल कीती नाव की आपां, पुलिंग ते स्त्रीलिंग। जदों असीं पुलिंग की गल करदे आ तां असीं कह दिंदे आ भी ऐड़े कन्ना आ, जिन्हां दे पिछे आ दी आवाज़, आ दी साउंड आउंदी, आ दी आवाज़ आउंदी, ओह असीं कह दिंदे पुलिंग हुंदे आ। जिन्हां दे पिछे ई दी साउंड आउंदी, ई, असीं ओह कह दिंदे आ भी ओह स्त्रीलिंग हुंदे आ। पर इत्थे बहुत वड्डा तुहाडा डाउट क्लीयर होऊगा, ओह इह कि हर एक शब्द के पिछे आ आने वाले शब्द की पुलिंग ही हुंदे, हर एक शब्द के पिछे ई आ जाण नाल की ओह स्त्रीलिंग हुंदे? ये तुहाडे डाउट इत्थे क्लीयर होणगे। वेखो जदों असीं पुलिंग दी तां स्त्रीलिंग दी गल करदे आ, इहनूं असीं 3 आधारां ते समझणा वा। लिंग दा संकेत मिलदा, जिथे लिंग दा संकेत नहीं मिलदा, जां इदां दे शब्द जिहड़े ना लिंग च आउंदे ना पुलिंग च आउंदे। हुण वेखो ओह शब्द जिन्हां दा सानूं लिंग संकेत मिलदा, हुण जिवें घोड़ा, मुंडा, बोता, इन्हां तिन्नां दा सानूं लिंग संकेत मिल रिहा भी इह की आ, लिंग च आउंदे ने, पुलिंग च आउंदे ने। इसे ही तरह जदों असीं स्त्रीलिंग की गल करदे आ, घोड़ी, कुड़ी, बोती, इत्थों सानूं पता लग रिहा भी इन्हां दा लिंग दा संकेत मिलदा। गल क्लीयर ना। दूजे आधार ते साडे ओह शब्द आउंदे आ जिन्हां दा सानूं कोई भी लिंग संकेत नहीं मिलदा। हत्थ, ਕੰਨ, पहाड़, धर्म, आपां की कह सकते हैं भी हत्थ पुलिंग आ कि स्त्रीलिंग आ? आपां की कह सकते हैं भी ਕੰਨ पुलिंग आ कि स्त्रीलिंग आ? आपां की कह सकते हैं भावें कि पहाड़ तो पहाड़ी आ जांदा, पर इनू तुसीं मन के चलो एक बारी। ठीक है। सो पहाड़ नूं आपां पुलिंग च भी नहीं कह सकते, ये डॉक्टर बूटा बराड़ दसदा, क्योंकि मैं बुक फॉलो कर रही हूँ डॉक्टर बूटा बराड़ दी। ठीक है। सो उस तो बाद वेखो धर्म, धर्म शब्द आपां की कह सकते हैं भी ये लिंग संकेत दिंदा जां नहीं दिंदा, है ना। ਉਹ ठीक उसे तरह ही जदों असीं दूजी गल ते स्त्रीलिंग ते आ गए जिन्हां दा लिंग संकेत नहीं मिलदा, छत, असीं छत नूं कह सकते हैं भी छत स्त्रीलिंग आ? नहीं कह सकते पक्के तौर ते। खंड, भावें कि बोलण दे विच सानूं लगदा भी ये स्त्रीलिंग होणगे, पर असीं पक्के तौर ते नहीं कह सकते भी छत, खंड, पीड़,
ਜਿਹੜੀ ਨੇ ਇਹ ਕੀ ਨੇ ਇਸਤਰੀ ਲਿੰਗ ਚ ਆਉਂਦੇ ਨੇ, ਪੱਕੇ ਤੌਰ ਤੇ ਨਹੀਂ ਕਹਿ ਸਕਦੇ। ਯਾਨੀ ਕਿ ਇਹ ਦੂਜੀ ਕੈਟਾਗਰੀ ਉਹ ਆ ਜਾਂਦੀ ਆ ਜਿਹਦੇ ਵਿੱਚ ਸਾਨੂੰ ਕੋਈ ਵੀ ਲਿੰਗ ਸੰਕੇਤ ਨਹੀਂ ਮਿਲਦਾ। ਤੇ ਤੁਸੀਂ ਆਪ ਹੁਣ ਪੇਪਰ ਯਾਦ ਕਰੋ, ਉਹ ਕੁਐਸਚਨ ਯਾਦ ਕਰੋ, ਆ ਹੱਥ ਵਾਲਾ ਕੁਐਸਚਨ ਜਿਹੜਾ ਤੁਹਾਨੂੰ ਆਇਆ ਸੀ ਕਿ ਨਹੀਂ ਆਇਆ ਸੀ ਪੇਪਰ 'ਚ। ਜੇ ਮੇਰੀ ਕਰਵਾਈ ਹੋਈ ਪੰਜਾਬੀ ਪੇਪਰ 'ਚ ਨਾ ਆਵੇ ਤਾਂ ਕਿਉਂ, ਠੀਕ ਆ। ਉਸ ਤੋਂ ਬਾਅਦ ਹੱਥ ਵਾਲਾ ਵੀ ਪੁੱਛਿਆ ਗਿਆ ਸੀ, ਠੀਕ ਆ। ਉਸ ਤੋਂ ਬਾਅਦ ਤੀਜੀ ਕੈਟਾਗਰੀ ਆਉਂਦੀ ਆ ਜਿਨ੍ਹਾਂ ਤੋਂ ਨਾ ਸਾਨੂੰ ਪਤਾ ਲੱਗਦਾ ਵੀ ਉਹ ਲਿੰਗ ਆ, ਨਾ ਸਾਨੂੰ ਪਤਾ ਲੱਗਦਾ ਕਿ ਉਹ ਪੁਲਿੰਗ ਆ। ਇੱਥੇ ਤਾਂ ਸਾਨੂੰ ਇਹ ਹੀ ਵੀ ਦੂਜੀ ਕੈਟਾਗਰੀ ਇਹ ਹੀ, ਦੋਨਾਂ ਦੂਜੀ ਤੇ ਤੀਜੀ ਕੈਟਾਗਰੀ ਦੇ ਵਿੱਚ ਫਰਕ ਆ। ਚਲੋ ਪਹਿਲੀ ਦਾ ਤੇ ਇਹ ਹੀ ਵੀ ਸਾਨੂੰ ਸੰਕੇਤ ਮਿਲਦਾ, ਦੂਜੀ ਇਹ ਆ ਜਿੱਥੇ ਸਾਨੂੰ ਲਿੰਗ ਸੰਕੇਤ ਨਹੀਂ ਮਿਲਦਾ, ਇੱਥੇ ਸਾਨੂੰ ਇਸਤਰੀ ਸੰਕੇਤ ਨਹੀਂ ਮਿਲਦਾ। ਪਰ ਤੀਜੀ ਕੈਟਾਗਰੀ ਹੈ ਜਿੱਥੇ ਨਾ ਸਾਨੂੰ ਪੁਲਿੰਗ ਸੰਕੇਤ ਮਿਲਦਾ, ਨਾ ਹੀ ਸਾਨੂੰ ਇਸਤਰੀ ਲਿੰਗ ਸੰਕੇਤ ਮਿਲਦਾ। ਕਿਵੇਂ? ਹੁਣ ਇੱਥੇ ਮੈਂ ਤੁਹਾਨੂੰ ਇੱਕ ਸਵਾਲ ਕੀਤਾ ਸੀ ਵੀ ਕੀ ਆ ਜਾਂ ਈ ਆ ਜਾਣ ਨਾਲ ਆਪਾਂ ਪੱਕੇ ਤੌਰ ਤੇ ਕਹਿ ਸਕਦੇ ਹਾਂ ਵੀ ਇਸਤਰੀ ਪੁਲਿੰਗ ਆ। ਹੁਣ ਵੇਖੋ, ਆਪਾਂ ਕਿਹਾ ਵੀ ਐੜੇ ਕੰਨਾ ਆ ਜਾਣ ਦੇ ਨਾਲ ਉਹ ਸ਼ਬਦ ਕੀ ਆ? ਪੁਲਿੰਗ ਆ। ਪਰ ਭਾਸ਼ਾ ਭਾਸ਼ਾ ਹਨਾ, ਭਾਸ਼ਾ ਆ ਗਈ, ਆਮ ਆ ਗਿਆ, ਹਵਾ ਆ ਗਿਆ। ਹੁਣ ਐੜੇ ਕੰਨਾ ਆ ਦੀ ਸਾਊਂਡ ਆ ਰਹੀ, ਪਰ ਆਪਾਂ ਇਹ ਤੇ ਨਹੀਂ ਨਾ ਇਹਨਾਂ ਨੂੰ ਕਹਿ ਸਕਦੇ ਵੀ ਇਹ ਸ਼ਬਦ ਪੁਲਿੰਗ ਆ। ਕਹਿ ਸਕਦੇ ਆਪਾਂ ਇਹਨਾਂ ਨੂੰ ਵੀ ਇਹ ਪੁਲਿੰਗ ਆ? ਨਹੀਂ ਕਹਿ ਸਕਦੇ। ਹੁਣ ਐੜੇ ਕੰਨਾ ਆ ਦੇ ਨਾਲ ਹੀ, ਆ ਦੀ ਸਾਊਂਡ ਦੇ ਨਾਲ ਹੀ ਇਹ ਸ਼ਬਦ ਜਿਹੜੇ ਖਤਮ ਹੋ ਰਹੇ, ਪਰ ਇੱਥੇ ਆਪਾਂ ਕੀ ਨਹੀਂ ਕਹਿ ਸਕਦੇ ਵੀ ਇਹ ਸ਼ਬਦ ਨਾ ਲਿੰਗ ਆ ਨਾ ਪੁਲਿੰਗ ਆ। ਗੱਲ ਕਲੀਅਰ ਨਾ? ਸੋ ਇਦਾਂ ਦੀਆਂ ਬਰੀਕੀਆਂ ਤੁਸੀਂ, ਮੈਂ ਇੱਕ ਵਾਅਦਾ ਕਰਦੀ ਆ ਤੁਹਾਡੇ ਨਾਲ, ਜੇ ਇਸ ਤਰ੍ਹਾਂ ਦਾ ਡਾਟਾ ਤੁਹਾਨੂੰ ਕਿਸੇ ਵੀ ਅਕੈਡਮੀ ਵਾਲੇ ਕਰਾ ਜਾਣ ਜਾਂ ਕਿਸੇ ਵੀ ਬੈਚ ਲੈਣ ਦੇ ਬਾਵਜੂਦ ਵੀ ਤੁਹਾਨੂੰ ਇਹੋ ਜਿਹਾ ਡਾਟਾ ਮਿਲ ਜੇ ਤਾਂ ਮੈਨੂੰ ਕਿਉਂ। ਉਸ ਤੋਂ ਬਾਅਦ ਤੀਜੀ ਕੈਟਾਗਰੀ ਇਹੋ ਹੀ ਇਸਤਰੀ ਲਿੰਗ ਤੇ ਆ ਜਾਓ। ਆਪਾਂ ਕਿਹਾ ਵੀ ਜਿੰਨਾ ਸ਼ਬਦਾਂ ਦੇ ਪਿੱਛੇ ਈ ਆ ਗਿਆ, ਈੜੀ ਸਿਹਾਰੀ ਈ, ਉਹ ਸਾਡੇ ਇਸਤਰੀ ਲਿੰਗ ਹੋਣਗੇ। ਹੁਣ ਈੜੀ ਸਿਹਾਰੀ ਈ ਦੇ ਨਾਲ ਤਾਂ ਹਾਥੀ ਸ਼ਬਦ ਵੀ ਖਤਮ ਹੋ ਰਿਹਾ ਹਨਾ, ਤੇ ਆਪਾਂ ਕੀ ਕਹਿ ਸਕਦੇ? ਹੁਣ ਵੇਖੋ, ਆਪਾਂ ਇੱਥੇ ਕਿਹਾ ਹਾਥੀ ਆ ਰਹਾ ਹੈ ਹਨਾ, ਹਾਥੀ ਨਹੀਂ, ਸੌਰੀ, ਹੱਥੀ ਆਉਣਾ, ਹਾਂ ਹੱਥੀ ਆਊਗਾ, ਠੀਕ ਆ। ਸੋ ਦੇਖੋ, ਆ ਹੱਥੀ ਵਾਲਾ ਸ਼ਬਦ ਵੀ ਤੁਹਾਨੂੰ ਆਇਆ ਸੀ ਪੇਪਰ ਦੇ ਵਿੱਚ, ਹੱਥਾਂ ਵਾਲਾ ਬਹੁਤ ਜ਼ਿਆਦਾ ਇੰਪੋਰਟੈਂਟ ਆ। ਹੱਥੀ ਆਪਾਂ ਕਹਿ ਨਹੀਂ ਸਕਦੇ ਵੀ ਇਹ ਇਸਤਰੀ ਲਿੰਗ, ਹਾਂ ਨਹੀਂ ਹਾਥੀ ਹੀ ਆਉਣਾ। ਗੱਲ ਤਾਂ ਇਹ ਹੋ ਰਹੀ ਆ ਨਾ ਵੀ ਜੇਕਰ ਮੈਨੂੰ ਭੁਲੇਖਾ ਲੱਗ ਗਿਆ, ਹਾਥੀ ਹੀ ਆਉਣਾ, ਈ ਆ ਰਿਹਾ, ਹਾਥੀ ਵੀ ਈਡੀ ਦੇ ਨਾਲ ਖਤਮ ਹੋ ਰਿਹਾ, ਤੇ ਇੱਥੋਂ ਗੱਲ ਇਹ ਗਲਤ ਹੋ ਗਈ ਵੀ ਸਾਰੇ ਈਡੀ ਬਿਹਾਰੀ ਵਾਲੇ ਸ਼ਬਦ ਕੀ ਨੇ? ਇਸਤਰੀ ਲਿੰਗ ਨਹੀਂ ਹੁੰਦੇ, ਕਿਉਂਕਿ ਹਾਥੀ ਈ ਦੇ ਨਾਲ ਖਤਮ ਹੋ ਰਿਹਾ, ਪਰ ਇਹ ਕਿਹਦੇ ਵਿੱਚ ਆਉਂਦਾ ਵਾ? ਇਹ ਪੁਲਿੰਗ ਦੇ ਵਿੱਚ ਆ ਰਿਹਾ। ਗੱਲ ਕਲੀਅਰ? ਇਸੇ ਤਰ੍ਹਾਂ ਦੇ ਨਾਲ ਆਪਾਂ ਕਹਿ ਦਿੰਨੇ ਆ ਪਾਣੀ, ਪਾਣੀ ਆਊਗਾ, ਪਾਣੀ। ਹੁਣ ਪਾਣੀ ਵੀ ਜਿਹੜਾ ਈ ਦੇ ਨਾਲ ਖਤਮ ਹੋ ਰਿਹਾ, ਇਹਨੂੰ ਵੀ ਆਪਾਂ ਪੱਕੇ ਤੌਰ ਤੇ ਨਹੀਂ ਕਹਿ ਸਕਦੇ ਵੀ ਇਹ ਇਸਤਰੀ ਲਿੰਗ ਦੇ ਵਿੱਚ ਆਊ। ਇਸੇ ਤਰ੍ਹਾਂ ਮਿਸਤਰੀ, ਈ ਮਿਸਤਰੀ, ਹੁਣ ਮਿਸਤਰੀ ਕੀ ਆ? ਪੁਲਿੰਗ ਆ, ਪਰ ਇਹ ਈ ਦੇ ਨਾਲ ਖਤਮ ਹੋ ਰਿਹਾ। ਕੀ ਚੀਜ਼ ਸਿੱਖੀ ਅਸੀਂ? ਇਹ ਚੀਜ਼ ਸਿੱਖੀ, ਸਟੇਟਮੈਂਟ ਨੋਟ ਕਰ ਲਓ, ਸਾਰੇ ਸ਼ਬਦਾਂ ਦੇ ਪਿੱਛੇ, ਸਾਰੇ ਸ਼ਬਦਾਂ ਦੇ ਪਿੱਛੇ ਆ, ਬ੍ਰੈਕਟ ਚ ਲਿਖਾਂਗੇ ਇਹਨੂੰ, ਆਉਣ ਵਾਲੇ ਸ਼ਬਦ ਪੁਲਿੰਗ ਨਹੀਂ ਹੋ ਸਕਦੇ, ਨਹੀਂ ਹੋ ਸਕਦੇ। ਦੂਜੀ ਸਟੇਟਮੈਂਟ ਲਿਖ ਲਓ, ਸਾਰੇ ਸ਼ਬਦਾਂ ਦੇ ਪਿੱਛੇ ਈ, ਬ੍ਰੈਕਟ ਦੇ ਵਿੱਚ ਲਿਖਾਂਗੇ, ਆ ਜਾਣ ਨਾਲ, ਆ ਜਾਣ ਨਾਲ ਉਹ ਇਸਤਰੀ ਲਿੰਗ ਨਹੀਂ ਹੋ ਸਕਦੇ, ਲਿੰਗ ਨਹੀਂ ਹੋ ਸਕਦੇ। ਗੱਲ ਕਲੀਅਰ? ਐਦਾਂ ਦੀ ਸਟੇਟਮੈਂਟ ਜੇਕਰ ਤੁਹਾਨੂੰ ਪੇਪਰ ਦੇ ਵਿੱਚ ਆਉਂਦੀ ਆ, ਬਹੁਤ ਆਸਾਨੀ ਦੇ ਨਾਲ ਤੁਸੀਂ ਆਨਸਰ ਲਾ ਕੇ ਆਓਗੇ, ਖਾਸ ਕਰਕੇ ਮੇਰੇ ਚੈਨਲ ਤੋਂ ਜਿਹੜੇ ਬੱਚੇ ਪੰਜਾਬੀ ਪੜ੍ਹ ਕੇ ਜਾਣਗੇ।
गल क्लीयर। हुण साडी अगली कैटागरी किहड़ी ही? रूपांतरण दे आधार ते शब्दां दीयां किस्मां एक वचन ते बहुवचन। उत्थे जाने हुण आपां। अगली कैटागरी साडी हैगी आ रूपांतरण दे आधार ते नाम दीयां किस्मां। किन्नियां सीगियां? दो सीगियां। किहड़ियां किहड़ियां? एक वचन ते बहुवचन। हुण जदों आपां इत्थे मैं तुहानूं समझाउणी इधर, ਜਦੋਂ ਆਪਾਂ ਲਿੰਗ ਦੀ ਗੱਲ ਕੀਤੀ ਸੀ ਆਪਾਂ ਕਿਹਾ ਕਿ ਆ ਵਾਲੇ ਸਾਰੇ ਸ਼ਬਦ ਕੀ ਨੇ? ਉਹ ਲਿੰਗ ਨਹੀਂ ਹੋ ਸਕਦੇ। ਜਦੋਂ ਆਪਾਂ ਇਸਤਰੀ ਲਿੰਗ ਦੀ ਗੱਲ ਕੀਤੀ ਕਿ ਸਾਰੇ ਈ ਵਾਲੇ ਸ਼ਬਦ ਜਿਹੜੇ ਨੇ ਉਹ ਕੀ ਨੇ? ਇਸਤਰੀ ਲਿੰਗ ਨਹੀਂ ਹੋ ਸਕਦੇ। ਉਸ ਤੋਂ ਬਾਅਦ ਇੱਕ ਵਚਨ ਤੇ ਆ ਜਾਓ, ਸਾਰੇ ਆ ਵਾਲੇ ਸ਼ਬਦ ਕੀ ਨੇ? ਬਹੁਵਚਨ ਨਹੀਂ ਹੋ ਸਕਦੇ। ਬਹੁਵਚਨ ਆਪਾਂ ਕਿੱਦਾਂ ਬਣਾਉਣੇ? ਆਪਾਂ ਕਹਿ ਦਿੰਦੇ ਆ ਤੋਂ ਲੱਗ ਗਿਆ ਏ। ਜਦੋਂ ਆਪਾਂ ਇਸਤਰੀ ਲਿੰਗ ਬਣਾਉਣਾ ਆਪਾਂ ਕਹਿ ਦਿੰਦੇ ਆ ਈ। ਪਰ ਈ ਵਾਲੇ ਸਾਰੇ ਸ਼ਬਦ ਇਸਤਰੀ ਲਿੰਗ ਨਹੀਂ ਹੁੰਦੇ। ਪਰ ਜਦੋਂ ਅਸੀਂ ਬਹੁਵਚਨ ਬਣਾਉਣਾ ਤੇ ਆਪਾਂ ਏ ਲਾਉਨੇ ਆ, ਹਨਾ। ਪਰ ਇੱਥੇ ਵੀ ਉਹੀ ਫਾਰਮੂਲਾ ਲਾਗੂ ਹੁੰਦਾ ਕਿ ਸਾਰੇ ਏ ਵਾਲੇ ਸ਼ਬਦ ਜਿਹੜੇ ਨੇ ਉਹ ਕੀ ਨੇ? ਕਿ ਬਹੁਵਚਨ ਨਹੀਂ ਹੁੰਦੇ। ਹੁਣ ਆਪਾਂ ਇੱਥੇ ਇੱਕ ਸਟੇਟਮੈਂਟ ਲਿਖਾਂਗੇ। ਪਹਿਲਾਂ ਨਾ ਮੈਂ ਤੁਹਾਨੂੰ ਕਰਾਉਣੀ ਆ ਸਟੇਟਮੈਂਟ, ਬਾਅਦ ਚ ਕਰਾਉਂਗੀ, ਠੀਕ? ਉਸੇ ਤਰ੍ਹਾਂ ਹੀ ਹੁਣ ਮੈਂ ਇੱਕ ਵਚਨ ਇੱਥੇ ਮੈਂ ਲਿਖਿਆ, मेरा हथ दुखदा है। मेरा आ वाला हथ, मेरा हथ दुखदा है। हुण मैं कहना वा भी मतलब मेरे दोवें हथ ही दुखदे। मैं बहुवचन बनाउणा, मैं इत्थे की बनाता? मेरे हथ दुखदे हन। हुण इहदे विचों साडा नाव शब्द किहड़ा वा? हथ, ठीक है। एक एग्जाम्पल होर लिखते। एग्जाम्पल आपां लिखी, हाथी लंघ रहा है। ते बहुवचन आपां की बनाता? हाथी लंघ रहे हन। हुण नाव शब्द की आ? हाथी। ते साडी स्टेटमेंट की आऊगी? कुछ नावां दे हां कुछ शब्दां दा वचन बदलण नाल नाव दा रूपांतरण नहीं हुंदा। नाव दा रूपांतरण नहीं हुंदा। गल क्लीयर? किड्डे सोहणे तरीके दे नाल, क्योंकि आपां की कीता? रूपांतरण दे आधार ते नाम दीयां किस्मां दो, एक वचन ते बहुवचन। मेरा हथ दुखदा है जां मेरे दोवें हथ दुखदे आ। हथ की आ? साडा नाव शब्द आ, पर बहुवचन बदलिया, आपां एक तो बहुवचन बनाया, पर जिहड़ा साडा नाव शब्द आ इहदे विच साडा कोई परिवर्तन नहीं आया, ठीक है। उस तो बाद हाथी लंघ रहा है, इत्थे घग्गा होना, सॉरी, ठीक है। हाथी लंघ रहा है, हाथी लंघ रहा है, हाथी लंघ रहे हन। यानी कि आ जिहड़ा साडा बहुवचन बनिया ਉਹਦੇ ਵਿੱਚ ਸਾਡਾ ਕੋਈ ਵੀ ਜਿਹੜਾ ਚੇਂਜ ਆ ਉਹ ਨਹੀਂ ਆਇਆ। यानी कि ਇਹਦੀ ਸਟੇਟਮੈਂਟ ਸਾਡੀ ਕੀ ਆਊਗੀ ਕਿ ਕੁਝ ਸ਼ਬਦਾਂ ਦਾ ਵਚਨ ਬਦਲਣ ਦੇ ਨਾਲ ਨਾਵ ਸ਼ਬਦਾਂ ਦਾ ਕੋਈ ਵੀ ਰੂਪਾਂਤਰਨ ਜਿਹੜਾ ਵਾ ਉਹ ਨਹੀਂ ਹੁੰਦਾ। ਗੱਲ ਕਲੀਅਰ? ਹੁਣ ਆਪਣੀ ਤੀਜੀ ਕੈਟਾਗਰੀ ਹੈਗੀ ਹੀ ਨਾਵ ਸ਼ਬਦਾਂ ਦੀ ਵਿਉਂਤਪਤੀ। ਆਪਾਂ ਹੁਣ ਜਾਣੇ ਆ ਅਗਲੇ ਪੁਆਇੰਟ ਤੇ, ਨਾਵ ਸ਼ਬਦਾਂ ਦੀ ਵਿਉਂਤਪਤੀ ਤੇ। ਜਦੋਂ ਅਸੀਂ ਨਾਵ ਸ਼ਬਦਾਂ ਦੀ ਵਿਉਂਤਪਤੀ ਦੀ ਗੱਲ ਕੀਤੀ ਤੇ ਮੈਂ ਤੁਹਾਨੂੰ ਦੱਸਿਆ ਸੀ ਕਿ ਤਿੰਨ ਤਰ੍ਹਾਂ ਦੇ ਨਾਲ ਅਸੀਂ ਨਾਵ ਦੀ ਵਿਉਂਤਪਤੀ ਕਰਦੇ ਆ। ਇੱਕ, ਜਦੋਂ ਅਸੀਂ ਨਾਵ ਤੋਂ ਹੀ ਕੋਈ ਨਾਵ ਸ਼ਬਦ ਬਣਾ ਲੈਂਦੇ ਆ। ਜਦੋਂ ਅਸੀਂ ਨਾਵ ਤੋਂ ਕੋਈ ਕਿਰਿਆ ਤੋਂ ਨਾਵ ਸ਼ਬਦ ਬਣਾ ਲੈਂਦੇ ਆ। ਜਦੋਂ ਅਸੀਂ ਵਿਸ਼ੇਸ਼ਣ ਤੋਂ ਨਾਵ ਸ਼ਬਦ ਬਣਾ ਲੈਂਦੇ। ਸੋ ਪਹਿਲੀ ਕੈਟਾਗਰੀ, ਨਾਵ ਤੋਂ ਨਾਵ ਦਾ ਨਿਰਮਾਣ ਕਿੱਦਾਂ ਹੁੰਦਾ? ਜਿਵੇਂ ਨਾਟਕ ਤੋਂ ਅਸੀਂ ਬਣਾ ਲਿਆ ਨਾਟਕਕਾਰ, ਪੁਸਤਕ ਤੋਂ ਬਣ ਗਿਆ ਪੁਸਤਕਾਲਾ, ਰਚਨਾ ਤੋਂ ਬਣ ਗਿਆ ਰਚਨਾਵਲੀ, ਧਰਮ ਤੋਂ ਬਣ ਗਿਆ ਧਰਮਸ਼ਾਲਾ। ਇਸੇ ਤਰ੍ਹਾਂ ਜਦੋਂ ਅਸੀਂ ਕਿਰਿਆ ਤੋਂ ਨਾਵ ਸ਼ਬਦਾਂ ਦਾ ਨਿਰਮਾਣ ਕਰਦੇ ਹਾਂ, ਉਹ ਕਿੱਦਾਂ ਕਰਦੇ ਆ? ਚੱਲ ਤੋਂ ਚਲਾਣਾ, ਚੜ ਤੋਂ ਚੜਾਵਾ, ਆਪਾਂ ਕਹਿੰਦੇ ਨਾ ਚੜਾਵਾ ਚੜਾਉਣਾ, ਹਨਾ। ਗਿਰ ਤੋਂ ਗਿਰਾਵਟ, ਜਣ ਤੋਂ ਜਣੇਪਾ, ਮਿਣ ਤੋਂ ਮਿਣਤੀ, ਲੜ ਤੋਂ ਲੜਾਈ।
ਇਹ ਕੀ ਨੇ ਸਾਡੇ? ਇਹ ਸਾਡੇ ਕਿਰਿਆ ਸ਼ਬਦ ਨੇ। ਜਣੇਪਾ, ਗਿਰਾਵਟ, ਚੜਾਵਾ, ਲੜਾਈ, ਇਹ ਸਾਡੇ ਕਿਰਿਆ ਸ਼ਬਦ ਨੇ। ਤੇ ਇਸ ਤਰੀਕੇ ਦੇ ਨਾਲ ਸਾਡੀ ਕਿਰਿਆ ਤੋਂ ਬਣਦੇ ਨੇ ਅੱਗੇ ਨਾਂਵ ਸ਼ਬਦ। ਉਸ ਤੋਂ ਬਾਅਦ ਸਾਡੀ ਤੀਜੀ ਕੈਟਾਗਰੀ ਆ ਗਈ ਵਿਸ਼ੇਸ਼ਣ ਤੋਂ ਨਾਂਵ ਦਾ ਅਸੀਂ ਨਿਰਮਾਣ ਕਿੱਦਾਂ ਕਰਦੇ ਹਾਂ। ਜਿਵੇਂ ਅਮੀਰ ਤੋਂ ਅਮੀਰੀ, ਗਰੀਬ ਤੋਂ ਗਰੀਬੀ, ਅਸਲ ਤੋਂ ਅਸਲੀਅਤ, ਮੂਰਖ ਤੋਂ ਮੂਰਖਤਾ। ਹੁਣ ਇੱਥੇ ਸਮਝਣ ਵਾਲੀ ਗੱਲ ਕੀ ਆ? ਇੱਥੇ ਸਮਝਣ ਵਾਲੀ ਗੱਲ ਆ ਕਿ ਨਾਟਕ, ਪਹਿਲੀ ਚੀਜ਼ ਲੈ ਲਓ, ਨਾਟਕ, ਅਮੀਰ ਤੇ ਚੱਲ। ਮੰਨ ਲਓ ਤੁਹਾਨੂੰ ਇੱਥੇ ਪੇਪਰ ਦੇ ਵਿੱਚ ਆਪਸ਼ਨ ਪਈ ਹੋਵੇ ਕਿ ਨਾਟਕ, ਅਮੀਰ ਤੇ ਚੱਲ, ਤਿੰਨਾਂ ਦੇ ਵਿੱਚੋਂ ਨਾਂਵ ਦੀ ਕਿਹੜੀ ਵਿਉਂਤਪਤੀ ਆ? ਕਿਰਿਆ ਵਾ, ਨਾਂਵ ਆ ਜਾਂ ਵਿਸ਼ੇਸ਼ਣ? ਮੰਨ ਲਓ ਇੱਥੇ ਮੈਂ ਇਹ ਚਾਹੁੰਦਾ ਵਾਂ ਵਿਸ਼ੇਸ਼ਣ ਚਾਹੁੰਦਾ ਕਿ ਨਾਂਵ ਦੀ ਵਿਸ਼ੇਸ਼ਣ ਵਾਲੀ ਕਿਸਮ ਆਂਸਰ ਆਊਗਾ ਅਮੀਰ। ਨਾਂਵ ਦੀ ਕਿਰਿਆ ਵਾਲੀ ਕਿਸਮ ਆਂਸਰ ਆਊਗਾ ਚੱਲ। ਨਾਂਵ ਤੋਂ ਨਾਂਵ ਦੀ ਕਿਸਮ ਆਂਸਰ ਆਊਗਾ ਨਾਟਕ। ਠੀਕ ਇਸੇ ਤਰ੍ਹਾਂ ਦੂਜੀ ਐਗਜ਼ਾਮਪਲ ਲੈ ਲਓ। ਇੱਕ ਉਹਨਾਂ ਨੇ ਸਾਨੂੰ ਆਪਸ਼ਨ ਪਾਤੀ ਪੁਸਤਕ, ਠੀਕ ਹੈ। ਦੂਜੀ ਆਪਸ਼ਨ ਉਹਨਾਂ ਨੇ ਸਾਨੂੰ ਪਾਤੀ ਚੜ, ਤੇ ਤੀਜੀ ਆਪਸ਼ਨ ਉਹਨਾਂ ਨੇ ਸਾਨੂੰ ਪਾਤੀ ਗਰੀਬ। ਹੁਣ ਇੱਥੇ ਆਪਾਂ ਉਹਨਾਂ ਨੇ ਸਾਨੂੰ ਕਿਹਾ ਕਿ ਨਾਂਵ ਦੀ ਜਿਹੜੀ ਕਿਰਿਆ ਦੀ ਨਾਂਵ ਜਿਹੜੀ ਸ਼ਬਦ ਆ ਉਹ ਚੁਣਨਾ, ਯਾਨੀ ਕਿ ਅਸੀਂ ਕਿਰਿਆ ਸ਼ਬਦ ਨਾਂਵ ਦਾ ਚੁਣਨਾ। ਕਿਹੜੀ ਆਪਸ਼ਨ ਆਊਗੀ? ਨਾ ਤਾਂ ਸਾਡਾ ਪੁਸਤਕ ਆਊਗਾ, ਨਾ ਸਾਡਾ ਗਰੀਬ ਆਊਗਾ। ਗਰੀਬ ਕਿਹਦੇ ਚ ਆ ਗਿਆ? ਵਿਸ਼ੇਸ਼ਣ ਚ ਆ ਗਿਆ। ਪੁਸਤਕ ਸਾਡਾ ਨਾਂਵ ਤੋਂ ਆ ਗਿਆ, ਤੇ ਚੜ ਸ਼ਬਦ ਜਿਹੜਾ ਸਾਡਾ ਉਹ ਕਿਹਦੇ ਵਿੱਚ ਆ ਜਾਊਗਾ? ਉਹ ਸਾਡਾ ਆ ਜਾਊਗਾ ਕਿਰਿਆ ਦੀ ਨਾਂਵ ਵਾਲੀ ਵਿਉਂਤਪਤੀ ਦੇ ਵਿੱਚ। ਇਹ ਸੀ ਸਾਡਾ ਨਾਂਵ। ਸੋ ਬੱਚਿਆਂ ਵਾਂਗੂ ਪੜ੍ਹਨਾ ਛੱਡ ਦਿਓ ਜੇਕਰ ਤੁਸੀਂ ਟੀਚਰ ਬਣਨਾ, ਠੀਕ ਹੈ। ਸੋ ਇਸ ਤਰੀਕੇ ਦੇ ਨਾਲ ਨਾਂਵ ਜਿਹੜਾ ਵਾ ਤੁਸੀਂ ਆਪਣੀ ਕਾਪੀ ਤੇ ਨੋਟ ਕਰ ਲੈਣਾ। ਵੈਸੇ ਇਹਦੀ ਜਿਹੜੀ ਬੁੱਕ ਮੈਂ ਫੋਲੋ ਕਰਦੀ ਆ ਪੰਜਾਬੀ ਵਿਆਕਰਨ ਦੇ ਲਈ, ਉਹਦੀ ਪੂਰੀ ਦੀ ਪੂਰੀ PDF ਮੈਂ ਆਪਣੇ ਟੈਲੀਗ੍ਰਾਮ ਚੈਨਲ ਤੇ ਭੇਜੀ ਆ। ਜੇਕਰ ਇਸ ਚੀਜ਼ ਦੇ ਤੁਸੀਂ ਨੋਟਸ ਲੈਣੇ ਆ, ਉਹਦੇ ਲਈ ਤੁਹਾਨੂੰ ਮੇਰਾ ਟੈਲੀਗ੍ਰਾਮ ਚੈਨਲ ਜੁਆਇਨ ਕਰਨਾ ਪਊਗਾ। ਇਸੇ ਹੀ ਵੀਡੀਓ ਦਾ ਡਿਸਕ੍ਰਿਪਸ਼ਨ ਚੈੱਕ ਕਰ ਲਿਓ। ਡਿਸਕ੍ਰਿਪਸ਼ਨ ਦੇ ਵਿੱਚ ਤੁਹਾਨੂੰ ਮੇਰੇ ਟੈਲੀਗ੍ਰਾਮ ਦਾ ਲਿੰਕ ਮਿਲੂਗਾ, ਉੱਥੇ ਕਲਿੱਕ ਕਰਿਓ, ਸਿੱਧਾ ਮੇਰੇ ਚੈਨਲ ਤੇ ਤੁਸੀਂ ਜੁਆਇਨ ਹੋ ਜਾਓਗੇ। ਕਿਉਂਕਿ ਮੈਂ ਜਿੰਨੀਆਂ ਵੀ ਜੋ ਵੀ ਕਰਾਉਣੀ ਕਲਾਸ ਦੇ ਵਿੱਚ ਉਹਦੀ PDF ਮੈਂ ਟੈਲੀਗ੍ਰਾਮ ਤੇ ਭੇਜਦੀ, ਪੂਰੀ ਥਿਊਰੀ ਦੀ, ਠੀਕ ਆ। ਸੋ ਤੇ ਕਮੈਂਟ ਕਰਕੇ ਐਪਰੀਸ਼ੀਏਟ ਵੀ ਕਰਨਾ ਕਿ ਇਸ ਤਰੀਕੇ ਦਾ ਨਾਮ ਪਹਿਲਾਂ ਤੁਸੀਂ ਕੀਤਾ ਜਾਂ ਤੁਹਾਨੂੰ ਕਿਸੇ ਨੇ ਕਰਵਾਇਆ, ਜਾਂ ਤੁਸੀਂ ਕਿਸੇ ਅਕੈਡਮੀ ਦਾ ਪੇਡ ਬੈਚ ਲਿਆ, ਕੁਝ ਵੀ, ਜਾਂ ਤੁਹਾਨੂੰ ਕਿਸੇ ਨੇ ਕਰਾਇਆ, ਠੀਕ ਹੈ। ਤੇ ਜ਼ਰੂਰ ਕਮੈਂਟ ਕਰਕੇ ਦੱਸਣਾ ਵੀ ਤੁਹਾਨੂੰ ਕਲਾਸ ਜਿਹੜੀ ਆ ਕਿਵੇਂ ਲੱਗੀ। ਕਲਾਸ ਨੂੰ ਸ਼ੇਅਰ ਕਰ ਦੇਣਾ, ਕਮੈਂਟ ਵੀ ਕਰਨਾ ਤੇ ਲਾਈਕ ਵੀ ਕਰਨਾ, ਤਿੰਨੇ ਕੰਮ ਹੀ ਕਰਨੇ ਆ। ਤੇ ਆਪਾਂ ਮਿਲਾਂਗੇ ਅਗਲੀ ਕਲਾਸ ਦੇ ਵਿੱਚ। ਧਿਆਨ ਰੱਖਿਓ ਅਜੇ ਆਪਣਾ ਸ਼ਬਦ ਬੋਧ ਚੱਲਦਾ ਪਿਆ ਵਾ। ਇਸ ਤੋਂ ਪਹਿਲਾਂ ਤੁਹਾਨੂੰ ਮੈਂ ਧੁਨੀ ਬੋਧ ਕਰਵਾ ਚੁੱਕੀ ਆ। ਸ਼ਬਦ ਬੋਧ ਦੇ ਵਿੱਚ ਨਾਂਵ, ਪੜਨਾਂਵ, ਵਿਸ਼ੇਸ਼ਣ, ਕਿਰਿਆ ਵਿਸ਼ੇਸ਼ਣ ਜਿਹੜੀਆਂ ਸਾਡੀਆਂ ਸ਼ਬਦ ਸ਼੍ਰੇਣੀਆਂ ਹੁੰਦੀਆਂ ਇਹ ਤੁਹਾਨੂੰ ਮੈਂ ਕਰਵਾਉਣੀਆਂ। ਤੇ ਸ਼ਬਦ ਬੋਧ ਦੀ ਅੱਜ ਸਾਡੀ ਵੇਖੋ ਪਹਿਲੀ ਕਲਾਸ ਸੀ। ਵੇਖੋ ਵੀ ਨਾਂਵ ਮੈਂ ਐਡੇ ਸੋਹਣੇ ਤਰੀਕੇ ਨਾਲ ਕਰਵਾਇਆ, ਤੇ ਤੁਸੀਂ ਅੱਗੇ ਸੋਚੋ ਕਿ ਪੜਨਾਂਵ ਇਹਦੋਂ ਵੀ ਘੈਂਟ ਤਰੀਕੇ ਦੇ ਨਾਲ ਮੈਂ ਕਰਵਾਉਂਗੀ। ਉਹਦੇ ਲਈ ਤੁਹਾਨੂੰ ਕਰਨਾ ਪਊਗਾ ਚੈਨਲ ਨੂੰ ਸਬਸਕ੍ਰਾਈਬ। ਤੇ ਆਪਾਂ ਮਿਲਾਂਗੇ ਫਿਰ ਅਗਲੀ ਵੀਡੀਓ ਦੇ ਵਿੱਚ। ਸਤਿ ਸ਼੍ਰੀ ਅਕਾਲ ਸਾਰਿਆਂ ਨੂੰ।